ਫਗਵਾੜਾ ਚ ਲੁਟੇਰਿਆਂ ਦੇ ਹੌਸਲੇ ਬੁਲੰਦ ਤੇਜ਼ਧਾਰ ਹਥਿਆਰ ਦੀ ਨੋਕ ਤੇ ਸਕੂਟੀ ਸਵਾਰ ਮਹਿਲਾ ਤੋਂ ਲੁੱਟ ਦੀ ਕੋਸ਼ਿਸ਼, ਮਹਿਲਾ ਦੇ ਰੌਲਾ ਪਾਉਣ ਤੇ ਫਰਾਰ ਹੋਏ ਬਦਮਾਸ਼। ਤਰਨਤਾਰਨ ਚ ਰੰਜਿਸ਼ ਦੇ ਚੱਲਦਿਆਂ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਪਿੰਡ ਦੇ ਜੰਜਕਰ ਨੂੰ ਲੈ ਕੇ ਚੱਲ ਰਹੀ ਸੀ ਤਕਰਾਰ, ਪਿੰਡ ਦੇ ਹੀ 2 ਲੋਕਾਂ ਤੇ ਲੱਗੇ ਕਤਲ ਦੇ ਇਲਜ਼ਾਮ। ਜਗਰਾਉਂ ਚ ਦਿਨ ਦਿਹਾੜੇ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ, 2 ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਗੈਂਗਸਟਰ ਅਰਸ਼ ਡੱਲਾ ਨੇ ਲਈ ਕਤਲ ਦੀ ਜ਼ਿੰਮੇਵਾਰੀ। ਪਾਣੀਆਂ ਦੇ ਰੇੜਕੇ ਤੇ ਸੀਐਮ ਭਗਵੰਤ ਮਾਨ ਦੀ 2 ਟੂਕ ਬੋਲੇ, SYL ਨਹੀਂ YSL ਦੀ ਕਰੋ ਗੱਲ, ਯਮਨਾ ਤੋਂ ਸਤਲੁਜ ਨੂੰ ਦਿੱਤਾ ਜਾਣਾ ਚਾਹੀਦਾ ਪਾਣੀ। ਹਰਿਆਣਾ ਦੇ ਸੀਐਮ ਬੋਲੇ ਬੇਤੁਕੀ ਗੱਲ ਕਰ ਰਹੇ ਨੇ ਮਾਨ, ਅਸੀਂ ਸੁਪਰੀਮ ਕੋਰਟ ਦੇ ਵਿੱਚ ਲੜਾਂਗੇ ਲੜਾਈ। ਮੁੱਖ ਮੰਤਰੀ ਮਾਨ ਦੇ YSL ਵਾਲੇ ਸੁਝਾਅ ਦਾ ਅਕਾਲੀ ਦਲ ਨੇ ਕੀਤਾ ਵਿਰੋਧ, ਕਿਹਾ ਯਮਨਾ ਤੇ ਸਤਲੁਜ ਨੂੰ ਜੋੜਨ ਦੀ ਸਾਜ਼ਿਸ਼ ਪੁਰਾਣੀ। ਅਕਾਲੀ ਦਲ ਇਸ ਦਾ ਕਰਦਾ ਰਿਹਾ ਵਿਰੋਧ, ਪਰ ਮੁੱਖ ਮੰਤਰੀ ਬਣ ਗਏ ਨੇ ਮੋਹਰਾ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਤੇ SGPC ਨੇ ਕੇਂਦਰ ਤੋਂ ਦਖਲ ਦੀ ਕੀਤੀ ਮੰਗ, ਕਿਹਾ HGMC ਐਕਟ ਨੂੰ ਸੰਸਦ ਦੇ ਵਿੱਚ ਕੀਤਾ ਜਾਵੇ ਰੱਦ, ਸਿਆਸਤ ਛੱਡ ਕੇ ਸਿੱਖ ਭਾਵਨਾਵਾਂ ਦੀ ਕਦਰ ਕਰੇ ਸਰਕਾਰ। ਅੱਜ ਖਤਮ ਹੋਵੇਗਾ ਸ਼ੰਭੂ ਬਾਰਡਰ ਤੇ ਚੱਲ ਰਿਹਾ ਟਰੱਕ ਯੂਨੀਅਨ ਦਾ ਧਰਨਾ, ਕੱਲ ਸਰਕਾਰ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਬਣੀ ਸੀ ਸਹਿਮਤੀ, 7 ਦਿਨਾਂ ਦੇ ਬਾਅਦ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਟ੍ਰੈਫਿਕ ਹੋਵੇਗਾ ਬਹਾਲ। ਪੰਜਾਬ ਦੇ ਸਾਬਕਾ ਚੀਫ ਸੈਕਟਰੀ ਸਰਵੇਸ਼ ਕੌਸ਼ਲ ਨੂੰ ਵਿਜੀਲੈਂਸ ਦਾ ਸਮਨ, 9 ਜਨਵਰੀ ਨੂੰ ਮੋਹਾਲੀ ਵਿਜੀਲੈਂਸ ਦਫ਼ਤਰ 'ਚ ਕੀਤਾ ਜਾਣਾ ਤਲਬ, ਕੀਤਾ ਗਿਆ ਤਲਬ, ਕਥਿਤ ਸਿੰਜਾਈ ਘੁਟਾਲੇ ਦੇ ਵਿੱਚ ਹੋਣਗੇ ਸਵਾਲ ਜਵਾਬ। ਮੁੱਖ ਮੰਤਰੀ ਭਗਵੰਤ ਮਾਨ ਅੱਜ ਅਧਿਆਪਕਾਂ ਨੂੰ ਦੇਣਗੇ ਨਿਯੁਕਤੀ ਪੱਤਰ, ਲੁਧਿਆਣਾ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੋਵੇਗਾ ਸਮਾਗਮ। ਪੰਜਾਬ ਸਣੇ ਉੱਤਰ ਭਾਰਤ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਤੋਂ ਅਜੇ ਰਾਹਤ ਦੀ ਨਹੀਂ ਕੋਈ ਉਮੀਦ, ਸੰਘਣੀ ਧੁੰਦ ਤੇ ਸੀਤ ਲਹਿਰ ਨੇ ਠਾਰੇ ਲੋਕ, 10 ਡਿਗਰੀ ਤੱਕ ਦਿਨ ਦਾ ਰਿਹਾ ਤਾਪਮਾਨ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ਰੋ ਸੰਧੂਤਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫਗਵਾੜਾ ਤੋਂ, ਜਿੱਥੇ ਕਿ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ। ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਮਹਿਲਾ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਮਹਿਲਾ ਦੇ ਰੌਲਾ ਪਾਉਣ ਤੇ ਹਾਲਾਂਕਿ ਬਦਮਾਸ਼ ਭੱਜ ਗਏ ਨੇ। ਬਾਈਕ ਤੇ ਸਵਾਰ ਹੋ ਕੇ ਇਹ 3 ਬਦਮਾਸ਼ ਆਏ ਸਨ। ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਸਾਰੀਆਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਇਹ ਬਦਮਾਸ਼ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਵਿੱਚ ਸਨ, ਪਰ ਮਹਿਲਾ ਨੇ ਰੌਲਾ ਪਾਇਆ, ਸਕੂਟੀ ਸਵਾਰ ਮਹਿਲਾ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਇਹ ਫਰਾਰ ਹੋ ਗਏ ਨੇ। ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿਵੇਂ ਇਹਨਾਂ ਨੇ ਕੋਸ਼ਿਸ਼ ਕੀਤੀ। ਇਹਨਾਂ ਦੇ ਹੱਥ ਦੇ ਵਿੱਚ ਹਥਿਆਰ ਵੀ ਸੀ, ਮਾਰਨ ਆਉਂਦੇ ਨੇ ਮਹਿਲਾ ਨੂੰ, ਪਰ ਜਦੋਂ ਉਸਨੇ ਰੌਲਾ ਪਾਇਆ ਤਾਂ ਫਿਰ ਉਹ ਉਸੇ ਪੈਰੀ ਫਰਾਰ ਹੋ ਜਾਂਦੇ ਨੇ। ਸੁਰਿੰਦਰ ਕੰਬੋਜ ਫੋਨ ਲਾਈਨ ਤੇ ਨੇ। ਸੁਰਿੰਦਰ, ਲੁੱਟ ਦੀਆਂ ਵਾਰਦਾਤਾਂ ਰੋਜ਼ਾਨਾ ਵਾਪਰ ਰਹੀਆਂ ਨੇ, ਪਰ ਇਹ ਇੱਕ ਵੱਖਰੀ ਮਿਸਾਲ ਮਹਿਲਾ ਨੇ ਪੇਸ਼ ਕੀਤੀ ਹੈ ਦਲੇਰੀ ਦੀ, ਕਿ ਕਿਸ ਤਰੀਕੇ ਦੇ ਨਾਲ ਇਹਨਾਂ ਬਦਮਾਸ਼ਾਂ ਨੂੰ ਭਜਾਇਆ ਵੀ ਜਾ ਸਕਦਾ ਹੈ। ਬਿਲਕੁਲ ਗੁਰਜੋਤ, ਜਿੱਦਾਂ ਕਿ ਘਟਨਾ ਜਿਹੜੀ ਹੈਗੀ 3 ਤਰੀਕ ਦੀ ਹੈਗੀ ਹੈ ਫਗਵਾੜੇ ਦੀ, ਜਦੋਂ ਇੱਕ ਰਾਹ ਜਾਂਦੀ ਮਹਿਲਾ ਸਕੂਟੀ ਤੇ ਜਾ ਰਹੀ ਹੈਗੀ, ਜਦੋਂ ਉਹਦੇ ਪਿੱਛਾ ਕਰ ਰਹੇ ਬਾਈਕ ਸਵਾਰ ਜਿਹੜੇ ਹਥਿਆਰਬੰਦ ਜਿਹੜੇ ਲੋਕ ਸੀਗੇ ਉਹ ਆਉਂਦੇ ਨੇ ਤਾਂ ਉਹਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ। ਜਦ ਕਿ ਮਹਿਲਾ ਜਦੋਂ ਸਕੂਟੀ ਤੋਂ ਡਿੱਗ ਜਾਂਦੀ ਆ, ਉਹ ਲਗਾਤਾਰ ਚਲਾ ਰਹੀ ਹੈ, ਰੌਲਾ ਪਾ ਰਹੀ ਹੈ, ਤਾਂ ਉਸ ਤੋਂ ਬਾਅਦ ਜਿਹੜੇ ਬਾਈਕ ਸਵਾਰ ਲੁਟੇਰੇ ਸੀਗੇ 3 ਜਣੇ ਉਹ ਉੱਥੋਂ ਭੱਜ ਜਾਂਦੇ ਨੇ, ਜਦੋਂ ਉਹ ਲੇਡੀ ਜਿਹੜੀ ਮਹਿਲਾ ਹੈਗੀ ਰੌਲਾ ਪਾਉਂਦੀ ਹੈ। ਤੇ ਇਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤੋਂ ਬਗੈਰ ਹੀ ਹਥਿਆਰਬੰਦ ਜਿਹੜੇ ਲੋਕ ਸੀਗੇ ਉੱਥੋਂ ਚਲੇ ਜਾਂਦੇ ਨੇ। ਜੀ ਬਿਲਕੁਲ ਠੀਕ ਹੈ, ਧੰਨਵਾਦ ਹੈ तमाम ਜਾਣਕਾਰੀ ਲਈ ਸੁਰਿੰਦਰ। ਤਾਂ ਇਸ ਤਰੀਕੇ ਦੀ ਮਿਸਾਲ ਵੀ ਜਿਹੜੀ ਹੈ ਉਹ ਸਾਹਮਣੇ ਆਈ ਹੈ, ਔਰ ਇਹ ਬਹੁਤ ਹੋਰ ਲੋਕਾਂ ਨੂੰ ਵੀ, ਹੋਰ ਮਹਿਲਾਵਾਂ ਨੂੰ ਸੇਧ ਦਿੰਦੀ ਹੈ ਕਿ ਇਹਨਾਂ ਬਦਮਾਸ਼ਾਂ ਦਾ ਸਾਹਮਣਾ ਵੀ ਕੀਤਾ ਜਾ ਸਕਦਾ, ਪਰ ਪੂਰੀ ਸਾਵਧਾਨੀ ਦੇ ਨਾਲ। ਉਧਰ ਤਰਨਤਾਰਨ ਦੇ ਵਿੱਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਪੁਰਾਣੀ ਰੰਜਿਸ਼ ਦੇ ਚੱਲਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਿੰਡ ਦੇ ਜੰਜ ਘਰ ਨੂੰ ਲੈ ਕੇ ਦੱਸ ਦਈਏ ਕਿ ਤਕਰਾਰ ਚੱਲ ਰਹੀ ਸੀ, ਤਕਰਾਰਬਾਜ਼ੀ ਚੱਲ ਰਹੀ ਸੀ। ਪਿੰਡ ਵੇਈਪੂਈ ਦਾ ਇਹ ਰਹਿਣ ਵਾਲਾ ਸੀ ਨਿਹੰਗ ਸਿੰਘ, ਜਿਸ ਦਾ ਕਤਲ ਕੀਤਾ ਗਿਆ। ਸੁਖਵਿੰਦਰ ਹੈ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਗਿਆ। ਪਿੰਡ ਦੇ ਹੀ 2 ਲੋਕਾਂ ਤੇ ਕਤਲ ਦੇ ਇਲਜ਼ਾਮ ਵੀ ਲੱਗੇ ਨੇ। ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਘਰ ਦੇ ਵਿੱਚ ਹਾਲਾਤ ਜਿਹੜੇ ਨੇ ਇਸ ਵੇਲੇ बेहद ही कह सकते हैं कि इस वेले त्रासदी दे ने, क्योंकि जिस तरीके दे नाल इह वारदात नूं अंजाम दिता गया तां परिवार दा रो रो के बुरा हाल।
ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਕੋਈ ਹਾਂ। ਗੱਲਬਾਤ ਨਹੀਂ ਗਈ, ਕੋਈ ਮਾੜੀ ਮੋਟੀ ਜੀ ਹੋਈ ਸੀ। ਉਹਨਾਂ ਨੇ ਰਾਤੀ ਘੇਰ ਕੇ 8:30 ਵਜੇ ਤੇ ਗੋਲੀਆਂ ਮਾਰਤੀਆਂ। ਕੌਣ ਲੋਕ ਜਿਨ੍ਹਾਂ ਨੇ ਘਟਨਾ ਨੂੰ ਉਹ ਵੀ ਪਿੰਡ ਦੇ ਹੀ ਆ ਜੀ। ਹਾਂਜੀ, ਉਹ ਪਿਓ ਪੋਤਾ ਦੋਵੇਂ ਉਹਨਾਂ ਨੇ ਮਾਰੀਆਂ ਗੋਲੀਆਂ ਚਲਾਈਆਂ। ਕੋਈ ਗੱਲ ਨਹੀਂ, ਗੁਰਦਾਰੇ ਗਏ, ਗੁਰਦਾਰੇ ਹੋ ਗਏ, ਫੇ ਆ ਗਏ, ਫੇ ਗੁਰਦਾਰੇ ਗਏ, ਜਾਂਦੇ ਨੂੰ ਕਿਤੇ ਪੁੱਛ ਲਿਆ। ਕੌਣ ਲੋਕ ਸੀ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ? ਸਾਡਿਆਂ ਘਰਾਂ ਦਾ ਮੁੰਡਾ। ਇੰਸਪੈਕਟਰ ਜਿੰਦਰ ਸਿੰਘ ਐਸਐਚਓ ਗੋਇੰਦਵਾਲ ਸਾਹਿਬ ਵੱਲੋਂ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਵਿੱਚ ਲਿਆਂਦੀ ਜਾ ਰਹੀ ਹੈ। ਜਿਹੜਾ ਕਾਰਨ ਕੀ ਰਿਹਾ ਲੜਾਈ ਦਾ? ਉਹਦੀ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਜੀ। ਠੀਕ ਹੈ ਜੀ, ਕੋਈ ਆਪਣੀ ਉਹਨਾਂ ਦੀ ਪੁਰਾਣੀ ਕੋਈ ਹੈਗੀ ਗੱਲਬਾਤ ਆਪਸ ਵਿੱਚ, ਉਹਦੇ ਸੰਬੰਧ ਵਿੱਚ ਅਜੇ ਅੰਡਰ ਇਨਵੈਸਟੀਗੇਸ਼ਨ ਹੈ। ਰਾਬੇਰ ਦੇ ਲਈ ਸਿਧਾਰਥ ਅਰੋੜਾ ਫੋਨ ਲਾਈਨ ਤੇ ਨੇ। ਸਿਧਾਰਥ, ਕੀ ਕੁਝ ਜਾਣਕਾਰੀ ਹੈ? ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ ਤਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹੁਣ ਤੱਕ ਅਪਡੇਟ ਕੀ ਹੈ ਪੁਲਿਸ ਦੀ ਕਾਰਵਾਈ ਨੂੰ ਲੈ ਕੇ? ਬਿਲਕੁਲ ਦੀ ਗੱਲ ਕੀਤੀ ਮਾਮੂਲੀ ਤਕਰਾਰ ਨੂੰ ਲੈ ਕੇ ਜਿਹੜਾ ਪਿੰਡ ਦੇ ਵਿੱਚ ਇੱਕ ਜਦੋਂ ਲੜਾਈ ਹੁੰਦੀ ਹੈ, ਜਿਸ ਤੋਂ ਬਾਅਦ ਜਿਹੜਾ ਸ਼ਖਸ ਨੂੰ ਗੋਲੀਆਂ ਦੇ ਘੜੋ ਉਤਾਰ ਦਿੱਤਾ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਈ ਬੰਦਿਆਂ ਨੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਫੜਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਔਰ ਦੱਸਿਆ ਗਿਆ ਕਿ ਮ੍ਰਿਤਕ ਦਾ ਰਿਸ਼ਤੇਦਾਰ ਹੀ ਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਿਹੜੀ ਜਾਂਚ ਹੈ ਜਿਹੜੀ ਉਹ ਕਰ ਰਹੀ ਹੈ। ਜੀ ਠੀਕ ਹੈ ਸਿਧਾਰਥ, ਧੰਨਵਾਦ ਹੈ तमाम ਜਾਣਕਾਰੀ ਲਈ। ਤਾਂ ਫਿਲਹਾਲ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ ਇਹਨਾਂ ਮੁਲਜ਼ਮਾਂ ਦੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। उधर जगराओं कतलकांड का गैंगस्टर कनैक्शन सामने आ रहा है। गैंगस्टर अर्श डल्ला ने कतल की जिम्मेवारी ली है। मैं अपने छोटे वीर की मौत का बदला लिया है। अर्श डल्ला ने यह दसिया जिम्मेवारी ली। पिंड बारदेके दे नेड़े दसदी कि परमजीत का कतल होया सी। बीते दिन दो हमलावरां ने शरेआम आके गोलियां चलाईयां सन। 9 mm दे पिस्टल दे नाल ये गोलियां चलाईयां गईयां सन। 2 गोलियां मारियां गईयां। सीसीटीवी दे विच सारी वारदात कैद हुई है कि किवें शरेआम जिहड़ा दिन दिहाड़े ये कतल किया गया। आंदे हुए सामने तो आंदे हुए इस शख्स दे जिहड़े सामने 2 बदमाश खड़े ने, हमलावर खड़े ने, उन्हां दे वल्लों हिक दे विच गोली मारी जाती है और ही कह सकते हैं कि उस मौके ते ही मौत हो जाती है शख्स की। तो उस तो बाद हुणे गैंगस्टर कनैक्शन सामने आया। अर्श डल्ला दे वल्लों इसकी सारी जिम्मेवारी ली गई है। ਹੁਣ ਗੱਡੀ 'ਚ ਕੋਈ ਬੰਦੇ ਆਏ, ਆ ਕੇ ਸਰੇਆਮ ਗੋਲੀਆਂ ਮਾਰ ਗਏ ਜੀ। ਵੈਸੇ ਸਾਨੂੰ ਧਮਕੀਆਂ ਆਉਂਦੀਆਂ ਹੀ ਰਹਿੰਦੀਆਂ ਸੀਗੀਆਂ। ਬੰਦੇ ਵੀ ਅਸੀਂ ਨੋਟਿਸ 'ਚ ਕੀਤੇ ਹੋਏ ਸੀ ਵੀ ਕਿਹੜੇ ਬੰਦੇ ਸਾਡੇ ਅਣਪਛਾਤੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਉਦਾਂ ਦੇ ਬੰਦੇ ਸੀਗੇ ਜੀ ਉਹ। ਅੱਛਾ ਜੀ। ਹਾਂ, ਇਹ ਮਤਲਬ ਬ੍ਰਦਰ ਦੀ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੀ ਸੀ? ਪੁਰਾਣਾ ਸਾਡਾ ਤਾਂ ਕੁਝ ਨਹੀਂ ਸੀਗਾ। ਹਾਂਜੀ। ਹੁਣ ਬੇਟੇ ਨਾਲ ਕੋਈ ਅਣਬਣ ਹੋਈ ਸੀ ਬਾਅਦ ਦੇ ਵਿੱਚ, ਉਹ ਆ ਕੇ ਕੱਢ ਗਏ ਹੋਣੇ ਆ। ਅੱਛਾ, ਮਤਲਬ ਤੁਹਾਡੇ ਭਤੀਜੇ ਨਾਲ? ਹਾਂਜੀ ਹਾਂਜੀ। ਉਹ ਉਸ ਰੰਜਿਸ਼ 'ਚ ਇਦਾਂ ਹੋ ਗਿਆ? ਹਾਂਜੀ ਹਾਂਜੀ। ਘਰੇ ਆ ਕੇ ਮਾਰ ਕੇ ਭੱਜ ਗਏ? ਘਰ ਦੇ ਵਿੱਚ ਮਾਰ ਕੇ ਗਏ ਜੀ। ਬਿਲਕੁਲ ਮਤਲਬ ਪੂਰੀ ਸ਼ਰਮ ਬਦਮਾਸ਼ੀ ਕਰਕੇ ਗਏ? ਪੂਰੀ ਬਦਮਾਸ਼ੀ ਜੀ, ਘਰੇ ਵਿੱਚ। ਹਾਂਜੀ, ਘਰ ਦੇ ਅੰਦਰ ਮਾਰਿਆ ਜੀ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਕਰਦੇ ਹਾਂ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਫਾਂਸੀ ਟੰਗੇ ਸਾਨੂੰ ਵੀ ਘਰੇ ਕੱਲ ਨੂੰ ਮਾਰਨਗੇ। ਆਪਾਂ ਹਲੇ ਫਿਲਹਾਲ ਜਲਦੀ ਆ, ਅਸੀਂ ਆਪਣੇ ਜਿਹੜੇ ਸਾਡਾ ਟਾਰਗੇਟ ਅਸੀਂ ਉਹਨੂੰ ਇਨਵੈਸਟੀਗੇਟ ਕਰ ਲਈਏ ਤੇ ਜਿਵੇਂ ਸਾਨੂੰ ਕਲੀਅਰ ਤੁਹਾਨੂੰ ਦੱਸ ਦਿੰਦੇ ਆ। ਉਮੀਦ ਆ ਵੀ ਇਹ ਕਤਲ ਦਾ ਟ੍ਰੇਸ ਹੈ, ਦਿਨ ਦਿਹਾੜੇ ਕਤਲ ਹੋਇਆ, ਇਹਨੂੰ ਟ੍ਰੇਸ ਕੀਤਾ ਜਾਊਗਾ ਜਲਦੀ? ਮਤਲਬ ਕਤਲ ਤੇ ਟ੍ਰੇਸ ਹੀ ਆ, ਪਰ ਉਹਨਾਂ ਦੇ ਨਾਂ ਜਿਹੜੇ ਹੈਗੇ ਆ ਉਹ ਅਸੀਂ ਸਾਡੀਆਂ ਪਾਰਟੀਆਂ ਹੀ ਰਵਾਨਾ ਕੀਤੀਆਂ ਨੇ। ਥੋੜੇ ਚਿਰ ਦੀ ਸਰਵਿਸ ਕਰ ਲਵਾਂਗੇ। अपडेट दिल्ली मनोज राठी मेरे सहयोगी फोन लाइन ते ने। मनोज, की कुछ जानकारी है? इस कतलकांड का भी गैंगस्टर कनैक्शन सामने आया, शरेआम जिम्मेवारी ली गई है। देखो जो कल मर्डर होया है, गोलियां जी परमजीत सिंह ਦੇ 45 ਸਾਲ ਦਾ परमजीत लगा, एक सरते ਤੇ ਇੱਕ ਚੈਸਟ ਤੇ ਉਹਦੀ ਗੋਲੀ ਵੱਜੀ ਹੈ। ਹਾਲਾਂਕਿ ਸੀਸੀਟੀਵੀ 'ਚ ਵੀ ਕੈਦ ਹੋ ਚੁੱਕੇ ਨੇ ਜਿਹੜੇ 2 ਅਨਨੋਨ ਮੁੰਡੇ ਸੀਗੇ। ਹਾਲਾਂਕਿ ਹੁਣ ਜਿਹੜੀ ਜਾਣਕਾਰੀ ਆ ਰਹੀ ਹੈ, ਇੱਕ ਪੋਸਟ ਵੀ ਆਈ ਹੈ, ਵੀ ਪੋਸਟ ਜਿਹੜੀ ਆਈ ਹੈ। ਹਾਲਾਂਕਿ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਸਹੀ ਹੈ ਗਲਤ ਹੈ, ਉਹ ਪੁਲਿਸ ਦਾ ਕੰਮ ਹੈ। ਪੁਲਿਸ ਆਪਣਾ ਆਈਟੀ ਜਿਹੜੀ ਟੀਮ ਹੈ ਉਹ ਕਰ ਰਹੀ ਹੈ, ਲੇਕਿਨ ਉਹਦੇ ਵੀ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਮੇਰੇ ਜਿਹੜੇ ਮਿੱਤਰ ਨੂੰ ਤੰਗ ਕਰ ਰਿਹਾ ਸੀਗਾ, ਉਹਦੇ ਕਰਕੇ ਉਹਨੇ ਸੁਸਾਈਡ ਕਰ ਲਿਆ ਸੀ, ਇਸ ਕਰਕੇ ਅਸੀਂ ਬਦਲਾ ਲਿੱਤਾ। ਇਹ ਅਰਸ਼ ਡੱਲਾ ਵੱਲੋਂ ਜਿਹੜੀ ਪੋਸਟ ਹੈ ਉਹ ਪਾਈ ਗਈ ਹੈ। ਲੇਕਿਨ ਹੁਣ ਪੁਲਿਸ ਜਿਹੜੇ ਹੈਗਾ ਜਿਸ ਐਂਗਲ ਤੇ ਕੰਮ ਕਰ ਰਹੀ ਹੈ, ਕੱਲ੍ਹ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਆਪਸੀ ਰੰਜਿਸ਼ ਜਿਹੜੀ ਹੈਗੀ ਹੈ ਉਹਦੇ ਕਰਕੇ ਇਹ ਕਤਲ ਹੋਇਆ। ਆਪਸੀ ਰੰਜਿਸ਼ ਉਸ ਪਿੰਡ ਦੇ ਜਿਹੜੇ ਹੈਗੇ ਉਹਨਾਂ ਦੇ ਨਾਲ ਆਪਸੀ ਰੰਜਿਸ਼ ਦੀ ਗੱਲ ਸਾਹਮਣੇ ਆਈ ਸੀ ਕੱਲ ਜਦ ਇਹ ਮਰਡਰ ਹੋਇਆ।
ਹੁਣ ਧੀਰੇ ਧੀਰੇ ਕਈ ਚੀਜ਼ਾਂ ਖੁੱਲ ਰਹੀਆਂ। ਜਿਹੜਾ ਮਰਡਰ ਸੀਗਾ ਲਗਾਤਾਰ ਤੁਸੀਂ ਦੇਖਿਆ CCTV ਜੇ ਜਾ ਰਿਹਾ ਉਹ ਆਂਦੇ ਹੀ ਗੋਲੀ ਮਾਰ ਕੇ ਉੱਥੋਂ ਭੱਜ ਜਾਂਦੇ, ਯਾਨੀ ਕਿ ਪਹਿਲਾਂ ਪੂਰੀ ਰੈਕੀ ਹੋਈ ਸੀ ਕਿੱਥੇ ਜਾਂਦਾ ਕਿੱਥੇ ਆਂਦਾ। ਉਸ ਤੋਂ ਬਾਅਦ ਉਹਦਾ ਵੇਟ ਹੋ ਰਿਹਾ ਸੀਗਾ, ਜਿੱਦਾਂ ਹੀ ਉਹ ਆਇਆ ਉਹਨੂੰ ਗੋਲੀ ਮਾਰ ਕੇ ਉੱਥੋਂ ਭੱਜ ਗਏ। ਹਾਲਾਂਕਿ ਮੌਕੇ ਤੇ ਹੀ ਪਰਮਜੀਤ ਦੀ ਮੌਤ ਹੋ ਗਈ ਸੀ। 9mm ਦੀ ਪਿਸਟਲ ਦੇ ਵਿੱਚ ਯੂਜ਼ ਕੀਤੀ ਗਈ ਸੀ ਤੇ ਹਾਲਾਂਕਿ ਪੁਲਿਸ ਨੂੰ ਉੱਥੇ ਜਿੰਦਾ ਜਿਹੜੇ ਖੋਲ ਨੇ ਕਾਰਟ੍ਰਿਜ ਦੇ ਉਹ ਵੀ ਬਰਾਮਦ ਜਿਹੜੇ ਹੋ ਗਏ। ਹਾਲਾਂਕਿ ਪੁਲਿਸ ਨੇ ਹੁਣ CCTV ਦੇ ਆਧਾਰ ਤੇ ਪੂਰਾ ਜਿਹੜਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਮਾਮਲਾ ਦਰਜ ਹੋ ਗਿਆ ਸੀਗਾ ਤੇ ਕਈ ਜਿਹੜੀ ਹੈਗੇ ਖੁਲਾਸੇ ਜਿਹੜੇ ਹੁਣ ਪੁਲਿਸ ਜਲਦ ਕਰਨ ਵਾਲੀ ਹੈ। ਠੀਕ ਹੈ ਮਨੋਜ, ਇਹ ਵੀ ਅਹਿਮ ਹੈ। ਪਰਿਵਾਰ ਵੀ ਕਹਿ ਰਿਹਾ ਕਿ ਉਹ ਵੀ ਹਮਲਾਵਰਾਂ ਨੂੰ ਪਛਾਣਦੇ ਨੇ। ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ, ਧੰਨਵਾਦ ਹੈ। ਤਾਂ ਇਹ CCTV ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਔਰ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਨੂੰ ਵੀ ਪਛਾਣਿਆ ਨਾ ਹਮਲਾਵਰਾਂ ਦੀ, ਤਾਂ ਜਲਦੀ ਇਨਸਾਫ ਦਿੱਤਾ ਜਾਵੇ, ਦੋਸ਼ੀਆਂ ਨੂੰ ਫੜਿਆ ਜਾਵੇ। ਤੇ ਹੁਣ ਅੱਗੇ ਵਧਾਂਗੇ ਤੇ ਗੱਲ ਮੌਸਮ ਦੀ ਕਰਾਂਗੇ। ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਤੋਂ ਅਜੇ ਕੋਈ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ। ਹੱਡ ਚੀਰਵੀਂ ਠੰਡ ਹੈ, ਜਿਸ ਦੇ ਨਾਲ ਪੂਰਾ ਪੰਜਾਬ ਕੰਬ ਰਿਹਾ ਹੈ। 10 ਡਿਗਰੀ ਤੱਕ ਦਿਨ ਦਾ ਤਾਪਮਾਨ ਹੋ ਚੁੱਕਿਆ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਹੈ। ਤਾਂ 8-10 ਤਰੀਕ ਤੱਕ ਤਾਂ ਘੱਟੋ ਘੱਟ ਕਿਹਾ ਜਾ ਰਿਹਾ ਇਸੇ ਤਰੀਕੇ ਦੇ ਨਾਲ ਇਹ ਮੌਸਮ ਰਹਿਣ ਵਾਲਾ ਹੈ, ਯਾਨੀ ਕਿ ਪੂਰੀ ਕੜਾਕੇ ਦੀ ਠੰਡ ਪੈ ਰਹੀ ਹੈ। ਸੀਤ ਲਹਿਰ ਹੈ, ਠੰਡੀਆਂ ਹਵਾਵਾਂ ਨੇ ਸਭ ਨੂੰ ਉਠਾਰਿਆ ਹੋਇਆ ਇਸ ਵੇਲੇ। ਬੇਹੱਦ ਹੀ ਜ਼ਿਆਦਾ ਘੱਟ ਤਾਪਮਾਨ ਤਾਂ ਸਵੇਰੇ ਔਰ ਰਾਤ ਦਾ ਤਾਂ ਹੈ ਹੀ ਹੈ, ਯਾਨੀ ਕਿ 3 ਤੋਂ 4 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਜਾ ਰਿਹਾ ਸਵੇਰ ਵੇਲੇ ਦਾ, ਤੜਕਸਾਰ ਦਾ ਔਰ ਰਾਤ ਵੇਲੇ ਦਾ। ਪਰ ਦਿਨ ਦੇ ਤਾਪਮਾਨ ਦੀ ਅਸੀਂ ਗੱਲ ਕਰੀਏ ਉਹ ਵੀ 10 ਡਿਗਰੀ ਤੱਕ ਪਹੁੰਚ ਗਿਆ। ਹੇਠਲੇ ਪਾਸੇ ਅਸੀਂ ਤੁਹਾਨੂੰ ਵੱਖੋ-ਵੱਖ ਜ਼ਿਲ੍ਹਿਆਂ ਦਾ ਤਾਪਮਾਨ ਦਿਖਾ ਰਹੇ ਹਾਂ। ਮੋਹਾਲੀ 'ਚ 4 ਡਿਗਰੀ ਤਾਪਮਾਨ ਹੈ, ਪਟਿਆਲਾ 'ਚ 3 ਡਿਗਰੀ ਤਾਪਮਾਨ ਹੈ, ਗੁਰਦਾਸਪੁਰ 'ਚ 2 ਡਿਗਰੀ। ਅੰਦਾਜ਼ਾ ਲੱਗ ਸਕਦਾ ਕਿੰਨੀ ਜ਼ਿਆਦਾ ਠੰਡ ਪੈ ਰਹੀ ਹੈ। ਪਾਣੀਪਤ 'ਚ 3 ਡਿਗਰੀ ਤਾਪਮਾਨ ਹੈ, ਕਿਉਂਕਿ ਜੇਕਰ ਹਰਿਆਣੇ ਦਾ ਵੀ ਅਸੀਂ ਜ਼ਿਕਰ ਕਰੀਏ ਤਾਂ ਕੜਾਕੇ ਦੀ ਠੰਡ ਪੈ ਰਹੀ ਹੈ। ਔਰ ਦਿੱਲੀ ਦਾ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ ਤਾਂ ਬੇਹੱਦ ਹੀ ਕੜਾਕੇ ਦੀ ਠੰਡ ਪੈ ਰਹੀ ਹੈ ਔਰ ਬੇਹੱਦ ਹੀ ਜ਼ਿਆਦਾ ਜਿਹੜੀ ਸੀਤ ਲਹਿਰ ਹੈ ਉਸਨੇ ਠਾਰਿਆ ਹੋਇਆ ਸਾਰਿਆਂ ਨੂੰ। ਸੂਰਜਪਾਲ ਸਾਡੇ ਨਾਲ ਲਾਈਵ ਮੌਜੂਦ ਨੇ। ਸਿੱਧਾ ਚੱਲਦੇ ਹਾਂ ਬਠਿੰਡਾ ਔਰ ਦੂਜੇ ਪਾਸੇ ਉਮੇਸ਼ ਸ਼ਰਮਾ ਸਾਡੇ ਨਾਲ ਮੋਹਾਲੀ ਤੋਂ ਮੌਜੂਦ ਨੇ। ਸੂਰਜ, ਪਹਿਲਾਂ ਤੁਹਾਡਾ ਰੁਖ ਕਰਾਂਗੇ। ਬਠਿੰਡਾ ਦਾ ਜ਼ਿਕਰ ਕੀਤਾ ਜਾਵੇ ਤਾਂ ਬਠਿੰਡਾ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਜਦੋਂ ਤੋਂ ਠੰਡ ਸ਼ੁਰੂ ਹੋਈ ਹੈ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ, ਸਭ ਤੋਂ ਠੰਡਾ ਹੈ ਬਠਿੰਡਾ। ਅੱਜ ਦੀ ਗੱਲ ਕਰੀਏ ਤਾਂ ਕੀ ਕੁਝ ਤੁਹਾਡੇ ਕੋਲ ਰਿਪੋਰਟ ਹੈ? ਦੇਖੋ, ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਇਸ ਵੇਲੇ ਦਾ ਤਾਪਮਾਨ ਹੈ 3 ਡਿਗਰੀ ਤੋਂ ਵੀ ਥੱਲੇ ਲੁਟਕਿਆ ਹੋਇਆ। ਜੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੇ ਵਿੱਚ ਗਿਰਾਵਟ ਹੈ ਜਿਹੜੀ ਉਹ ਲਗਾਤਾਰ ਬਠਿੰਡਾ ਦੇ ਵਿੱਚ ਦਰਜ ਕੀਤੀ ਜਾ ਰਹੀ ਹੈ। ਤਾਂ ਕਰਕੇ ਬਠਿੰਡਾ ਦੇ ਵਿੱਚ ਠੰਡ ਹੈ ਜਿਹੜੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਤਾਪਮਾਨ ਹੈ ਉਹ ਕਾਫੀ ਡਾਊਨ ਰਿਕਾਰਡ ਕੀਤਾ ਗਿਆ ਹੈ। ਪਿਛਲੀ ਵਾਰ ਦੀ ਗੱਲ ਕੀਤੀ ਹੈ, ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦਾ ਰਿਕਾਰਡ ਹੈ ਜਿਹੜਾ ਉਹ ਇਸ ਵਾਰ ਠੰਡ ਹੈ ਜਿਹੜੀ ਤੋੜਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਧੁੰਦ ਹੈ ਉਹ ਕਾਫੀ ਵਧੀ ਹੋਈ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਠਿੰਡਾ ਦੇ ਵਿੱਚ ਧੁੱਪ ਨਿਕਲੀ ਹੋਈ ਸੀ, ਧੁੰਦ ਉਨੀ ਨਜ਼ਰ ਨਹੀਂ ਆ ਰਹੀ ਸੀ। ਪਰ ਹੁਣ ਦਿਨਾਂ ਦੇ ਵਿੱਚ ਧੁੰਦ ਹੈ ਜਿਹੜੀ ਉਹ ਕਾਫੀ ਵੱਡੀ ਗਿਣਤੀ ਵਿੱਚ ਜਾਂ ਕਾਫੀ ਸੰਘਣੀ ਧੁੰਦ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਨਜ਼ਰ ਆ ਰਹੀ ਹੈ। ਸੜਕਾਂ ਤੁਸੀਂ ਵੇਖ ਸਕਦੇ ਹੋ ਵਹੀਕਲ ਹੈ ਜਿਹੜੇ ਉਹ ਲਾਈਟਾਂ, ਐਮਰਜੈਂਸੀ ਲਾਈਟਾਂ ਛੱਡ ਕੇ ਆਉਂਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਧੁੰਦ ਦਾ ਜਿਹੜਾ ਫਾਇਦਾ ਹੈ ਉਹ ਕਿਸਾਨਾਂ ਨੂੰ ਜ਼ਰੂਰ ਹੈ, ਪਰ ਦੂਸਰੇ ਪਾਸੇ ਓਵਰਆਲ ਠੰਡ ਦੀ ਗੱਲ ਕੀਤੀ ਜਾਵੇ ਤਾਂ ਠੰਡ ਦੇ ਨਾਲ ਲੋਕ ਨੇ ਘਰ ਦੇ ਵਿੱਚ ਸੁੰਗੜ ਕੇ ਬੈਠੇ ਹੋਏ ਨੇ। ਠੰਡ ਇੰਨੀ ਵੱਧ ਗਈ ਹੈ ਕਿ ਬਠਿੰਡਾ ਨੇ ਤਾਂ ਇਸ ਵਾਰ ਠੰਡ ਦਾ ਰਿਕਾਰਡ ਤੋੜ ਦਿੱਤਾ ਹੈ ਔਰ ਪਾਰਾ ਹੈ ਜਿਹੜਾ ਉਹ 2 ਡਿਗਰੀ 1 ਡਿਗਰੀ 3 ਡਿਗਰੀ ਦੇ ਸਿਮਟਿਆ ਹੋਇਆ। ਤਾਂ ਕਰਕੇ ਠੰਡ ਹੈ ਜਿਹੜੀ ਦੱਸ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਠੰਡ ਹੈ ਜਿਹੜੀ ਬਰਕਰਾਰ ਰਹੇਗੀ, ਠੰਡ ਇਸੇ ਤਰ੍ਹਾਂ ਪੈਂਦੀ ਰਹੇਗੀ। ਤਾਂ ਕਰਕੇ ਲੋਕਾਂ ਨੂੰ ਖਾਸ ਤੌਰ ਤੇ 2 ਵੀਲਰਸ ਨੇ ਜਿਹੜੇ ਮੋਟਰਸਾਈਕਲ ਨੇ ਖਾਸ ਤੌਰ ਤੇ ਜਦੋਂ ਘਰੋਂ ਨਿਕਲਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੂਸਰੇ ਪਾਸੇ ਹਸਪੀਟਲਾਂ ਦੇ ਵਿੱਚ ਬਿਮਾਰ ਨੇ, ਬਿਮਾਰਾਂ ਦੀ ਗਿਣਤੀ ਵਧੀ ਹੋਈ ਹੈ, ਹਾਦਸੇ ਵਧੇ ਹੋਏ ਨੇ। ਤਾਂ ਕਰਕੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਠੰਡ ਦੇ ਫਾਇਦੇ ਘੱਟ, ਨੁਕਸਾਨ ਜ਼ਿਆਦਾ ਨਜ਼ਰ ਆ ਰਹੇ ਨੇ। ਸੜਕਾਂ ਦੇ ਉੱਪਰ ਲੋਕ ਜਦੋਂ ਨਿਕਲਦੇ ਨੇ, ਹਾਈਵੇ ਦੇ ਉੱਪਰ ਹਾਦਸੇ ਬੜੇ ਜ਼ਿਆਦਾ ਹੁੰਦੇ ਨੇ, ਕਿਉਂਕਿ ਧੁੰਦ ਦੇ ਕਾਰਨ ਵਿਜ਼ੂਬਿਲਟੀ ਕਾਫੀ ਘਟੀ ਹੋਈ ਹੈ ਔਰ ਸੜਕਾਂ ਦੇ ਉੱਪਰ ਨਿਕਲਣ ਵਾਲੇ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਨੇ। ਜੇ ਫਾਇਦਾ ਹੈ ਤਾਂ ਸਿਰਫ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਸਾਨਾਂ ਨੂੰ ਜ਼ਰੂਰ ਫਾਇਦਾ ਹੈਗਾ ਇਸ ਠੰਡ ਦਾ, ਕਿਉਂਕਿ ਫਸਲ ਹੈ ਜਿਹੜੀ ਕਣਕ ਦੀ ਫਸਲ ਹੋਵੇ, ਸਰੋਂ ਦੀ ਹੋਵੇ, ਉਸ ਨੂੰ ਕਿਤੇ ਨਾ ਕਿਤੇ ਫਾਇਦਾ ਹੈਗਾ। ਪਰ ਦੂਸਰੇ ਪਾਸੇ ਓਵਰਹਾਲ ਠੰਡ ਨੂੰ ਲੈ ਕੇ ਲੋਕ ਨੇ ਜਿਹੜੇ ਸੁੰਗੜੇ ਹੋਏ ਨੇ ਔਰ ਘਰਾਂ ਦੇ ਵਿੱਚ ਲੋਕ ਬੈਠਣ ਦੇ ਲਈ ਮਜਬੂਰ ਨੇ। ਔਰ ਤਾਪਮਾਨ ਹੈ ਜਿਹੜਾ ਖਾਸ ਤੌਰ ਤੇ ਬਠਿੰਡਾ ਦਾ ਹੋ ਗਿਆ, ਅੰਮ੍ਰਿਤਸਰ ਦਾ ਹੋ ਗਿਆ
ਦੂਸਰੇ ਪੰਜਾਬ ਦੇ ਮੁਕਾਬਲੇ ਕਾਫੀ ਜ਼ਿਆਦਾ ਘੱਟ ਹੈਗਾ। ਤਾਂ ਕਰਕੇ ਮੌਸਮ ਮਾਹਿਰ ਦੱਸ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਦੇ ਨਾਲ ਤੁਹਾਨੂੰ 2-4 ਹੋਣਾ ਪੈਣਾ। ਇਸੇ ਤਰ੍ਹਾਂ ਹੀ ਠੰਡ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਅੱਗ ਦੇ ਪਾਰੇ ਦੀ ਗੱਲ ਕੀਤੀ ਜਾਵੇ, ਦੁਬਾਰਾ ਰਿਪੀਟ ਕਰਦੇ ਹਾਂ, 3 ਡਿਗਰੀ ਦੇ ਥੱਲੇ ਪਾਰਾ ਹੈ ਜਿਹੜਾ ਬਠਿੰਡਾ ਦਾ ਲੁਟਕਿਆ ਹੋਇਆ ਨਜ਼ਰ ਆ ਰਿਹਾ ਜੀ। ਬਿਲਕੁਲ ਬਿਲकुल ਇੱਥੋਂ ਹੀ ਅੰਦਾਜ਼ਾ ਲੱਗ ਸਕਦਾ ਹੈ ਸੂਰਜ ਕਿ ਕਿੰਨੀ ਜ਼ਿਆਦਾ ਠੰਡ ਬਠਿੰਡਾ ਦੇ ਵਿੱਚ ਪੈ ਰਹੀ ਹੈ। ਹਾਲਾਂਕਿ ਪੰਜਾਬ ਦੀ ਪੂਰੀ ਗੱਲ ਕਰੀਏ ਤਾਂ ਇਹੋ ਹਾਲ ਹੈ। ਤਸਵੀਰਾਂ ਤੁਸੀਂ ਸਾਨੂੰ ਜ਼ਰੂਰ ਦਿਖਾਉਂਦੇ ਰਹੋ ਤਾਂ ਕਿ ਅਸੀਂ ਘਰ ਬੈਠੇ ਦਰਸ਼ਕਾਂ ਤੱਕ ਪਹੁੰਚਾਈਏ ਕਿ ਕਿਸ ਤਰੀਕੇ ਦੇ ਨਾਲ ਧੁੰਦ ਪੈ ਰਹੀ ਹੈ ਔਰ ਵਾਹਨ ਰਿੰਗ ਕੇ ਚੱਲ ਰਹੇ ਨੇ, ਬੱਤੀਆਂ ਬਾਲੀਆਂ ਹੋਈਆਂ ਨੇ, ਫਿਰ ਵੀ ਕੁਝ ਨਜ਼ਰ ਨਹੀਂ ਆਉਂਦਾ ਅੱਗੇ। ਤਸਵੀਰਾਂ ਦਿਖਾਉਂਦੇ ਰਹੋ ਸੂਰਜ। ਉਮੇਸ਼ ਦਾ ਰੁਖ ਕਰਦੇ ਆ। ਉਮੇਸ਼, ਮੋਹਾਲੀ ਦੀ ਗੱਲ ਕਰੀਏ, ਮੋਹਾਲੀ ਪੰਜਾਬ ਦਾ ਹਿੱਸਾ ਹੈ ਪਰ ਟਰਾਈ ਸਿਟੀ ਦਾ ਵੀ ਹਿੱਸਾ ਹੈ, ਸ਼ਿਮਲਾ ਦੇ ਜ਼ਿਆਦਾ ਦੂਰ ਨਹੀਂ ਹੈ। ਇੱਥੇ ਵੀ ਕੜਾਕੇ ਦੀ ਠੰਡ ਪੈ ਰਹੀ ਹੈ ਔਰ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? ਕਿੰਨੇ ਦਿਨ ਹੋਰ ਇਸੇ ਤਰੀਕੇ ਦਾ ਮੌਸਮ ਰਹਿਣ ਵਾਲਾ ਹੈ? ਉਮੇਸ਼, ਦੇਖੋ ਪਹਿਲਾਂ ਮੈਂ ਦੱਸਦਾ ਕਿ ਮੈਂ ਮੋਹਾਲੀ ਜਿਹੜਾ 에ਅਰਪੋਰਟ ਰੋਡ ਹੈ ਉੱਥੇ ਮੌਜੂਦ ਹਾਂ ਤੇ ਨਾਲੇ ਲੁਧਿਆਣਾ ਖਰੜ ਜਿਹੜਾ ਨੈਸ਼ਨਲ ਹਾਈਵੇ ਹੈ ਜਿਹੜਾ ਖਰੜ ਤੋਂ ਲੁਧਿਆਣੇ ਵੱਲ ਨੂੰ ਜਾਂਦਾ ਅੱਗੇ ਜਲੰਧਰ ਜਾਂ ਆਪਾਂ ਗੱਲ ਕਰੀਏ ਉਸ ਤੇ ਮੌਜੂਦ ਹਾਂ। ਤੁਸੀਂ ਤੇ ਪਹਿਲਾਂ ਇੱਕ ਵਾਰ ਤਸਵੀਰਾਂ ਜ਼ਰੂਰ ਦੇਖ ਲਓ ਕਿ ਲਾਈਟਿੰਗ ਜਿਹੜੀ ਯਾਨੀ ਕਿ ਗੱਡੀਆਂ ਜਿਹੜੀ ਚੱਲ ਰਹੀਆਂ ਨੇ ਉਹ ਡਿੱਪਰ ਜਿਹੜੇ ਹੁੰਦੇ ਨੇ ਕਿ ਦੋਨੋਂ ਇੰਡੀਕੇਟਰ ਜਲਾ ਕੇ ਤਾਂ ਕਿ ਕੋਈ ਗੱਡੀ ਟਕਰਾ ਨਾ ਸਕੇ। ਇਹ ਬੜਾ ਇੱਕ ਰੂਲ ਹੁੰਦਾ ਹੈ ਜਾਂ ਇੱਕ ਕਹਿ ਲਓ ਕਿ ਇੱਕ ਚਲਾਣੀ ਪੈਂਦੀ ਹੈ ਕਿਉਂਕਿ ਵਿਜ਼ਿਬਿਲਟੀ ਕਦੇ ਬਹੁਤ ਘੱਟ ਹੋ ਜਾਂਦੀ ਹੈ, ਕਦੇ ਥੋੜੀ ਜਿਹੀ ਵਿਜ਼ਿਬਿਲਟੀ ਮਿਲ ਜਾਂਦੀ ਹੈ। ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਈ ਗੱਡੀਆਂ ਨੇ ਲਾਈਟ ਵੀ ਜਲਾਈ ਹੋਈ ਹੈ ਤੇ ਮੌਸਮ ਦੀ ਜਿਹੜੀ ਇਹ ਜਿਹੜੀ ਠੰਡ ਹੈ ਜਾਂ ਕੜਾਕੇ ਦੀ ਠੰਡ ਦੀ ਆਪਾਂ ਗੱਲ ਕਰ ਰਹੇ ਆਉਣ ਵਾਲੇ ਦਿਨਾਂ 'ਚ ਵੀ ਜੇ ਆਪਾਂ ਸ਼ਨੀਵਾਰ ਤੱਕ ਦਾ ਗੱਲ ਕਰੀਏ, ਸ਼ਨੀਵਾਰ ਤੱਕ ਵੀ ਜਿਹੜਾ ਕੋਹਰਾ ਹੈ ਸਵੇਰ ਦਾ ਖਾਸ ਕਰ ਕਿਉਂਕਿ ਤੁਸੀਂ ਦੇਖੋ ਕਿ 10-10 10:30 ਵਜੇ ਤੱਕ ਵੀ ਧੁੰਦ ਨਜ਼ਰ ਆਉਂਦੀ ਹੈ। ਔਰ ਇੱਕ ਵਾਰ ਮੈਂ ਤਸਵੀਰ ਜੇ ਜੋ ਦੂਜਾ ਸਾਈਡ ਮੈਂ ਦਿਖਾਵਾਂ, ਇੱਕ ਵਾਰ ਮੈਂ ਤੁਹਾਨੂੰ ਦਿਖਾ ਦਾਂਗਾ ਜਿਸ ਬ੍ਰਿਜ ਦਾ ਵੀ ਦਿਖਾ ਦਾਂਗਾ ਜਿਹੜਾ ਲੁਧਿਆਣਾ ਜਲੰਧਰ ਇਹ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਉੱਪਰ ਵੀ ਦੇਖੋ ਕਿ ਗੱਡੀਆਂ ਸਿਲਸਿਲਾ ਜਾਂ ਵਾਹਨ ਜਿਹੜੇ ਚੱਲ ਰਹੇ ਨੇ ਲਾਈਟਾਂ ਤੇ ਡਿੱਪਰ ਚਲਾ ਕੇ ਚੱਲ ਰਹੇ ਨੇ। ਔਰ ਟਰਾਈ ਸਿਟੀ ਦੀ ਗੱਲ ਤੁਸੀਂ ਕੀਤੀ ਹੈ ਕਿ ਸ਼ਿਮਲਾ ਤੋਂ ਨਜ਼ਦੀਕ ਹੈ। ਸ਼ਿਮਲਾ ਤੋਂ ਠੰਡਾ ਪੰਜਾਬ ਦੇ ਕਈ ਜਿਹੜੇ ਡਿਸਟ੍ਰਿਕਟ ਨੇ ਸ਼ਿਮਲੇ ਤੋਂ ਵੀ ਠੰਡੇ ਅਸੀਂ ਦੇਖੇ ਨੇ। ਆਪਾਂ ਇਸ ਗੱਲ ਕਰੀਏ ਮੋਹਾਲੀ ਦੀ ਪੰਜਾਬ ਦਾ ਹਿੱਸਾ ਹੈ ਜਾਂ ਟਰਾਈ ਸਿਟੀ ਦੀ ਗੱਲ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਤਾਪਮਾਨ 'ਚ ਜਿੱਦਾਂ ਕੱਲ ਦੀ ਗੱਲ ਕਰੀਏ ਕੱਲ ਥੋੜਾ ਜਿਹਾ ਲੱਗਿਆ ਕਿ 12-13 ਡਿਗਰੀ ਜਿਹੜਾ ਦਿਨ ਦਾ ਤਾਪਮਾਨ ਸੀ, ਰਾਤ ਦਾ ਤਾਪਮਾਨ 6-7 ਡਿਗਰੀ ਸੀਗਾ। ਆਉਣ ਵਾਲੇ ਦਿਨਾਂ 'ਚ ਅੱਜ ਦੀ ਗੱਲ ਕਰੀਏ ਕਿ 14 ਡਿਗਰੀ ਤੱਕ ਦਿਨ ਦਾ ਤਾਪਮਾਨ ਰਹਿ ਸਕਦਾ ਔਰ ਸ਼ਨੀਵਾਰ ਤੱਕ ਦੀ ਗੱਲ ਕਰੀਏ ਇਦਾਂ ਦਾ ਕੋਹਰਾ ਠੰਡ ਰਹੇਗੀ। ਲੇਕਿਨ ਜਿੱਦਾਂ ਕੱਲ ਦਿਨੇ ਦੁਪਹਿਰ ਬਾਅਦ ਧੁੱਪ ਨਿਕਲੀ ਸੀ, ਕਿਤੇ ਨਾ ਕਿਤੇ ਹਲਕੀ ਜਿਹੀ ਇੱਕ ਰਾਹਤ ਜਾਂ ਥੋੜੀ ਜਿਹੀ ਲੋਕਾਂ ਨੂੰ ਧੁੱਪ ਸੇਕਣ ਨੂੰ ਅਸੀਂ ਚੰਡੀਗੜ੍ਹ ਦੇ ਆਸ-ਪਾਸ ਦੇਖੀ ਸੀਗੀ। ਔਰ ਤਸਵੀਰ ਦੇ ਇੱਕ ਰੁੱਖ ਉਹ ਵੀ ਦਿਖਾ ਦਾਂਗੇ ਕਿਉਂਕਿ ਕੋਹਰਾ ਜਿਹੜਾ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਕਿ ਵਿਜ਼ਿਬਿਲਟੀ ਕਈ ਵਾਰ ਬਿਲਕੁਲ ਆ ਕੇ ਕਿਉਂਕਿ ਜੇ ਆਸ-ਪਾਸ ਦੀ ਆਪਾਂ ਗੱਲ ਕਰੀਏ ਖੇਤਾਂ ਜਿੱਥੇ ਖੇਤ ਜਾਂ ਉਹ ਖੁੱਲਾ ਇੱਕ ਹੁੰਦਾ ਸੜਕਾਂ ਦੇ ਕਿਨਾਰੇ ਜਿਹੜਾ ਖੁੱਲਾ ਏਰੀਆ ਉੱਥੇ ਧੁੰਦ ਥੋੜੀ ਜ਼ਿਆਦਾ ਪੈਂਦੀ ਹੈ। ਲੇਕਿਨ ਸੜਕ ਜਿੱਥੇ ਸ਼ਹਿਰ ਸ਼ੁਰੂ ਹੁੰਦੇ ਆ ਉੱਥੇ ਕਈ ਵਾਰ ਵਿਜ਼ਿਬਿਲਟੀ ਥੋੜੀ ਫਿਰ ਵੀ ਕਲੀਅਰ ਹੁੰਦੀ ਹੈ। ਇੱਕ ਵਾਰ ਹੋਰ ਤਸਵੀਰ ਦਿਖਾ ਦਾਂ ਕਿ ਲਾਈਟਿੰਗ ਔਰ ਡਿੱਪਰ ਜਲਾ ਕੇ ਗੱਡੀਆਂ ਹੱਲੇ ਵੀ ਆ ਰਹੀਆਂ ਨੇ ਕਿਉਂਕਿ ਇਹ 에ਅਰਪੋਰਟ ਰੋਡ ਹੈ, ਅੱਗੇ ਮੁੱਲਾਂਪੁਰ ਨਿਊ ਚੰਡੀਗੜ੍ਹ ਅਟੈਚ ਹੁੰਦਾ ਹੈ। ਔਰ ਆਉਣ ਵਾਲੇ 3 ਦਿਨਾਂ 'ਚ ਤੁਸੀਂ ਜ਼ਿਕਰ ਕੀਤਾ ਕਿ ਆਉਣ ਵਾਲੇ 3 ਦਿਨਾਂ 'ਚ ਮੌਸਮ ਸਵੇਰੇ ਧੁੰਦ ਰਹੇਗੀ, ਦਿਨੇ ਜੇ ਲੱਗਦਾ ਕਿ ਜਿੱਦਾਂ ਕੱਲ ਧੁੱਪ ਨਿਕਲੀ ਸੀ ਜੇ ਦਿਨ ਧੁੱਪ ਨਿਕਲੇ ਉਹ ਕਿਤੇ ਨਾ ਕਿਤੇ ਰਾਹਤ ਹੈ। ਕੱਲ ਜੇ ਆਪਾਂ ਗੱਲ ਕਰੀਏ ਕਿ 1.5 ਘੰਟੇ ਜਿਹੜੀ ਧੁੱਪ ਨਿਕਲੀ ਸੀਗੀ 12:30 ਤੋਂ ਲੈ ਕੇ ਦੁਪਹਿਰ ਤੱਕ ਉਹ ਰਾਹਤ ਦੀ ਗੱਲ ਹੋ ਸਕਦੀ ਹੈ। ਲੇਕਿਨ ਇਹ ਡਿਪੈਂਡ ਕਰਦਾ ਕਿਉਂਕਿ ਮੌਸਮ ਹੈ ਕਦੇ ਵੀ ਪਲਟ ਸਕਦਾ ਜਾਂ ਕਦੇ ਵੀ ਮੌਸਮ ਆਪਣੇ ਹਿਸਾਬ ਨਾਲ ਚੇਂਜ ਹੁੰਦਾ ਹੈ। ਆਉਣ ਵਾਲੇ 3 ਦਿਨਾਂ 'ਚ ਸ਼ਨੀਵਾਰ ਤੱਕ ਕੋਹਰਾ ਜਿਹੜਾ ਸਵੇਰੇ ਉਹ ਰਹੇਗਾ ਔਰ ਇਦਾਂ ਦਾ ਹੀ ਜਿਹੜੀ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ। ਜੀ ਗੁਰਜੋਤ, ਬਿਲਕੁਲ ਉਮੇਸ਼, ਅਗਰ ਗੱਲ ਕੀਤੀ ਜਾਵੇ ਤਾਂ ਇਹ ਕੜਾਕੇ ਦੀ ਠੰਡ ਅਜੇ ਰਹੇਗੀ, 4 ਤੋਂ 5 ਦਿਨ ਹੋਰ ਜ਼ਿਆਦਾ ਸਤਾਏਗੀ, ਸੀਤ ਲਹਿਰ ਹੈ। ਬਹੁਤ ਬਹੁਤ ਸ਼ੁਕਰੀਆ ਉਮੇਸ਼। ਔਰ ਦੂਜੇ ਪਾਸੇ ਸੂਰਜ, ਤੁਹਾਡਾ ਵੀ तमाम ਤਸਵੀਰਾਂ ਦਿਖਾਉਣ ਦੇ ਲਈ ਔਰ ਅਪਡੇਟ ਦੇ ਲਈ। ਤਾਂ ਸਿੱਧੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਮੌਸਮ ਠੰਡਾ ਹੈ, ਕੜਾਕੇ ਦੀ ਠੰਡ ਪੈ ਰਹੀ ਹੈ, ਸੀਤ ਲਹਿਰ ਪੈ ਰਹੀ ਹੈ, ਲੋਕ ਸਹਾਰਾ ਲੈ ਰਹੇ ਨੇ ਘਰ ਦੇ ਵਿੱਚ ਹੀਟਰਾਂ ਦਾ ਔਰ ਧੂਣੀਆਂ ਬਾਲੀਆਂ ਜਾ ਰਹੀਆਂ ਨੇ। ਬਾਹਰ ਜਿਹੜੇ ਲੋਕ ਨੇ, ਕੰਮਕਾਰ ਵਾਲੇ ਲੋਕ ਨੇ, ਮਜ਼ਦੂਰ ਵਰਗ ਹੋਏ ਜਾਂ ਫਿਰ ਰੋਜ਼ਾਨਾ ਦੀ ਨੌਕਰੀ ਪੇਸ਼ਾ ਲੋਕ ਹੋਣ ਤਾਂ ਉਹਨਾਂ ਨੂੰ ਮਜਬੂਰਨ ਘਰ ਤੋਂ ਨਿਕਲਣਾ ਪੈਂਦਾ ਹੈ ਤਾਂ ਫਿਰ ਉਹ ਵੱਖੋ-ਵੱਖ ਤਰੀਕੇ ਦਾ ਸਹਾਰਾ ਲੈਂਦੇ ਨੇ। ਜੇਕਰ ਤੁਸੀਂ 2 ਪਹੀਆ ਵਾਹਨ ਤੇ ਆ ਰਹੇ ਹੋ ਫਿਰ ਤੁਸੀਂ ਪੂਰਾ ਆਪਣੇ ਆਪ ਨੂੰ ਕਵਰ ਕਰਕੇ ਆਓਗੇ ਸਿਰ ਤੋਂ ਲੈ ਕੇ ਪੈਰਾਂ ਤੱਕ ਤਾਂ ਕਿ ਠੰਡ ਦਾ ਅਟੈਕ ਤੁਹਾਡੇ ਤੇ ਨਾ ਹੋਵੇ ਕਿਉਂਕਿ ਠੰਡ ਜਦੋਂ ਲੱਗਦੀ ਹੈ ਤਾਂ ਫਿਰ ਬਿਮਾਰੀਆਂ ਵੀ ਜਿਹੜੀਆਂ ਨੇ ਉਹ ਵੱਧਦੀਆਂ ਨੇ ਔਰ ਖਾਸ ਤੌਰ ਤੇ ਸੀਤ ਲਹਿਰ ਹੈ ਤਾਂ ਇਸ ਕਰਕੇ ਹਰ ਇੱਕ ਕੋਈ ਆਪਣਾ ਧਿਆਨ ਰੱਖਦਾ। ਔਰ ਜੇਕਰ ਗੱਡੀ ਦੇ ਵਿੱਚ ਆਇਆ ਜਾ ਰਿਹਾ ਤਾਂ ਫਿਰ ਇੱਕ ਵੱਡਾ ਟਾਰਗੇਟ ਹੁੰਦਾ ਕਿ ਤੁਸੀਂ ਅੱਗੇ ਕਿਵੇਂ ਦੇਖਣਾ ਹੈ ਕਿਉਂਕਿ ਵਿਜ਼ਿਬਿਲਟੀ ਬਿਲਕੁਲ ਨਾ ਦੇ ਬਰਾਬਰ ਹੈ। ਇੰਨੀ ਜ਼ਿਆਦਾ ਧੁੰਦ ਪੈ ਰਹੀ ਹੈ ਤਾਂ ਲੋਕ ਮੁਸ਼ਕਿਲਾਂ ਦੇ ਵਿੱਚ ਨੇ ਔਰ ਹੁਣ ਅਜੇ 4-5 ਦਿਨ ਹੋਰ ਰਾਹਤ ਨਹੀਂ ਮਿਲੇਗੀ, ਇਹ ਰਿਪੋਰਟ ਕਹਿੰਦੀ ਹੈ। इस न्यूज